ਸਤਿ ਸ਼੍ਰੀ ਅਕਾਲ ਵਿਦਿਆਰਥੀਓ। ਅੱਜ ਦਾ ਸਾਡਾ ਟੌਪਿਕ ਹੈ ਕਲਾਸ 1 ਕਲਾਸ ਸਬਜੈਕਟ ਹਿਸਟਰੀ, ਟੌਪਿਕ ਮੌਰੀਆ ਪੀਰੀਅਡ। ਸਬ ਟੌਪਿਕ ਹੈ ਮੇਨ ਸੋਰਸਿਸ ਆਫ ਮੌਰੀਆ ਪੀਰੀਅਡ, ਮੌਰੀਆ ਕਾਲ ਦੇ ਮੁੱਖ ਸੋਮੇ। ਪਿਆਰੇ ਵਿਦਿਆਰਥੀਓ, ਮੈਂ ਰਜਿੰਦਰ ਕੁਮਾਰ, ਲੈਕਚਰ ਹਿਸਟਰੀ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾਦਸ਼ਾਹਪੁਰ ਕਾਲੇ ਕੀ ਪਟਿਆਲਾ। ਅੱਜ ਅਸੀਂ ਕਰਨ ਵਾਲੇ ਹਾਂ ਮੌਰੀਆ ਕਾਲ ਦੇ ਮੁੱਖ ਸੋਮੇ। ਪਿਆਰੇ ਵਿਦਿਆਰਥੀ, ਸਭ ਤੋਂ ਪਹਿਲਾਂ ਮੌਰੀਆ ਕਾਲ ਦੇ ਸੋਮੇ ਕਰਨ ਤੋਂ ਪਹਿਲਾਂ ਸਾਨੂੰ ਟਾਈਮ ਲਾਈਨ ਜਾਣਨੀ ਬਹੁਤ ਜ਼ਰੂਰੀ ਹੋਊਗੀ ਕਿ ਕਿਸ ਜੋ ਅਸੀਂ ਸੋਮਿਆਂ ਬਾਰੇ ਸੋਰਸਿਸ ਬਾਰੇ ਗੱਲ ਕਰ ਰਹੇ ਹਾਂ ਉਹ ਕਿਸ ਕਾਲ ਦੇ ਨੇ, ਕਿਸ ਸਮੇਂ ਦੇ ਨੇ। ਸੋ ਮੌਰੀਆ ਕਾਲ ਦਾ ਜੋ ਟਾਈਮ ਪੀਰੀਅਡ ਹੈ 322 ਈਸਵੀ ਪੂਰਵ ਤੋਂ 185 ਈਸਵੀ ਪੂਰਵ। ਪਿਆਰੇ ਵਿਦਿਆਰਥੀਓ, ਤੁਹਾਨੂੰ ਅਸੀਂ ਪਿੱਛੇ ਸਿੰਧ ਘਾਟੀ ਦੀ ਸੱਭਿਅਤਾ ਚੈਪਟਰ ਕੀਤਾ ਹੈ। ਉਸ ਤੋਂ ਬਾਅਦ ਅਸੀਂ ਆਰਿਆ ਬਾਰੇ ਜਾਣਿਆ ਹੈ ਔਰ ਜੈਨਿਜ਼ਮ, ਬੁੱਧਿਜ਼ਮ ਬਾਰੇ ਜਾਣਿਆ ਹੈ। ਸੋ ਅਸੀਂ ਜੋ ਮੌਰੀਆ ਪੀਰੀਅਡ ਪੜ੍ਹਨ ਜਾ ਰਹੇ ਹਾਂ, ਇਹਦਾ ਸਮਾਂ ਹੈ ਜੋ 322 ਈਸਵੀ ਪੂਰਵ ਤੋਂ ਲੈ ਕੇ 185 ਈਸਵੀ ਪੂਰਵ ਹੈ। ਇਸ ਦੇ ਪ੍ਰਮੁੱਖ ਜੋ ਮਹਾਨ ਰਾਜੇ ਹੋਏ ਨੇ ਉਹਨਾਂ ਵਿੱਚੋਂ ਸਭ ਤੋਂ ਪਹਿਲਾਂ ਸਥਾਪਨਾ ਕੀਤੀ ਸੀ ਜੀ ਚੰਦਰਗੁਪਤ ਮੌਰੀਆ ਨੇ 322 ਈਸਵੀ ਪੂਰਵ ਦੇ ਵਿੱਚ, ਜਿਸ ਦੇ ਨਾਲ ਚਾਣਕਿਆ ਜਾਂ ਕੌਟਲਿਆ ਜਿਸ ਨੂੰ ਬੋਲਦੇ ਨੇ ਪ੍ਰਧਾਨ ਮੰਤਰੀ ਰਿਹਾ ਉਹਦਾ। ਉਸ ਤੋਂ ਬਾਅਦ ਬਿੰਦੂਸਾਰ ਔਰ ਉਸ ਤੋਂ ਬਾਅਦ ਮਹਾਨ ਰਾਜਾ ਅਸ਼ੋਕ, ਜਿਸ ਦੇ ਕਲਿੰਗਾ ਦੇ ਯੁੱਧ ਬਾਰੇ ਅਸੀਂ ਬਹੁਤ ਵਾਰੀ ਸੁਣਿਆ ਹੋਵੇਗਾ, ਪੜ੍ਹਿਆ ਹੋਵੇਗਾ। ਸੋ ਅਸੀਂ ਜੋ ਗੱਲ ਕਰ ਰਹੇ ਹਾਂ ਉਹ ਈਸਵੀ ਪੂਰਵ 'ਚ ਗੱਲ ਕਰ ਰਹੇ ਹਾਂ। ਅਸੀਂ ਮੌਰੀਆ ਕਾਲ ਦੇ ਸੋਮਿਆਂ ਬਾਰੇ ਜਾਣਨਾ ਹੈ ਅੱਜ ਕਿ ਮੌਰੀਆ ਕਾਲ ਦੇ ਕੀ ਸੋਮੇ ਸੀ, ਕੀ ਸੋਰਸਿਸ ਸੀ ਜਿੱਥੋਂ ਅਸੀਂ ਮੌਰੀਆ ਕਾਲ ਦੀ ਸਾਨੂੰ ਜਾਣਕਾਰੀ ਮਿਲਦੀ ਹੈ। ਪਿਆਰੇ ਵਿਦਿਆਰਥੀ, ਸ਼ੁਰੂ ਕਰਦੇ ਹਾਂ। ਅਸੀਂ ਮੌਰੀਆ ਕਾਲ ਦੇ ਸੋਮੇ ਕਾਫੀ ਮਾਤਰਾ ਵਿੱਚ ਮਿਲਦੇ ਹਨ ਜੋ ਬਹੁਤ ਹੱਦ ਤੱਕ ਵਿਸ਼ਵਾਸਯੋਗ ਹਨ। ਇੱਥੇ ਇਹ ਗੱਲ ਦੱਸਣੀ ਬਹੁਤ ਜ਼ਰੂਰੀ ਹੈ ਕਿ ਮੌਰੀਆ ਕਾਲ ਤੋਂ ਪਹਿਲਾਂ ਸਾਨੂੰ ਇਤਿਹਾਸ ਦੇ ਸੋਮੇ ਬਹੁਤ ਘੱਟ ਮਿਲਦੇ ਨੇ। ਸਾਨੂੰ ਮੁੱਖ ਤੌਰ ਦੇ ਉੱਤੇ ਰਿਲੀਜੀਅਸ, ਧਾਰਮਿਕ ਸਰੋਤਾਂ ਦੇ ਉੱਤੇ ਆਧਾਰਿਤ ਰਹਿਣਾ ਪੈਂਦਾ ਹੈ, ਉਹਨਾਂ ਉੱਤੇ ਸਾਨੂੰ ਨਿਰਭਰ ਰਹਿਣਾ ਪੈਂਦਾ ਹੈ। ਪਰ ਮੌਰੀਆ ਕਾਲ ਦੇ ਸਾਨੂੰ ਸੋਮੇ ਬਹੁਤ ਜ਼ਿਆਦਾ ਮਿਲਦੇ ਹਨ ਔਰ ਵਿਸ਼ਵਾਸਯੋਗ ਮਿਲਦੇ ਹਨ। ਇਸ ਸੰਬੰਧੀ B.A. ਸਮਿਥ ਦੇ ਅਨੁਸਾਰ ਮੌਰੀਆ ਵੰਸ਼ ਦੇ ਉਦੇ ਨਾਲ ਇਤਿਹਾਸਕਾਰ ਹਨੇਰੇ ਤੋਂ ਉਜਾਲੇ ਵਿੱਚ ਪ੍ਰਵੇਸ਼ ਕਰਦੇ ਹਨ। ਯਾਨੀ ਕਿ ਮੌਰੀਆ ਕਾਲ ਦੇ ਸੋਰਸਿਸ ਇੰਨੇ ਜ਼ਿਆਦਾ ਨੇ ਸਾਡੇ ਕੋਲੇ ਕਿ ਇਤਿਹਾਸ ਜੋ ਉਸ ਤੋਂ ਪਹਿਲਾਂ ਇਤਿਹਾਸ ਇੱਕ ਧੁੰਦਲਾ ਇਤਿਹਾਸ ਸੀ ਜਿਸ ਦੀ ਕੋਈ ਸਾਨੂੰ ਜਾਣਕਾਰੀ ਨਹੀਂ ਸੀ ਬਹੁਤੀ। ਰਿਲੀਜੀਅਸ ਸੋਰਸਿਸ ਤੋਂ ਅਸੀਂ ਜਾਣਕਾਰੀ ਲੈਂਦੇ ਸੀ, ਪਰ ਮੌਰੀਆ ਕਾਲ ਦੇ ਜੋ ਸੋਮੇ ਨੇ ਉਹਨਾਂ ਤੋਂ ਹੈ ਜੋ ਇਤਿਹਾਸ ਹੈ ਉਹ ਹਨੇਰੇ ਤੋਂ ਉਹ ਉਜਾਲੇ ਵਿੱਚ ਪ੍ਰਵੇਸ਼ ਕਰਦਾ ਹੈ। ਸੋ ਅਸੀਂ ਜਾਣਾਂਗੇ ਕਿ ਮੌਰੀਆ ਕਾਲ ਦੇ ਸੋਮੇ ਕਿਹੜੇ ਕਿਹੜੇ ਨੇ। ਸਭ ਤੋਂ ਪਹਿਲਾਂ ਮੈਗਸਥਨੀਜ਼ ਦੀ ਇੰਡੀਕਾ। ਪਿਆਰੇ ਵਿਦਿਆਰਥੀਓ, ਮੈਗਸਥਨੀਜ਼ ਇੱਕ ਯੂਨਾਨੀ ਸੀ। ਯੂਨਾਨ ਇੱਕ ਦੇਸ਼ ਹੈ ਜਿੱਥੋਂ ਯੂਨਾਨ ਤੋਂ ਹੀ ਮਕਦੂਨੀਆ ਸ਼ਹਿਰ ਤੋਂ ਅਲੈਗਜ਼ੈਂਡਰ ਸਿਕੰਦਰ ਨੇ ਭਾਰਤ ਉੱਤੇ ਹਮਲਾ ਕੀਤਾ ਸੀ 326 ਈਸਵੀ ਪੂਰਵ ਵਿੱਚ ਔਰ 323 ਈਸਵੀ ਪੂਰਵ ਵਿੱਚ ਉਸ ਦੀ ਮੌਤ ਹੋ ਗਈ ਸੀ। ਇਹ ਯੂਨਾਨੀ ਸੀ, ਇੱਕ ਯੂਨਾਨ ਤੋਂ ਆਇਆ ਸੀ, ਜਿਸ ਨੂੰ ਯੂਨਾਨੀ ਸ਼ਾਸਕ ਸੈਲੂਕਸ ਨੇ ਚੰਦਰਗੁਪਤ ਮੌਰੀਆ ਦੇ ਦਰਬਾਰ ਵਿੱਚ ਰਾਜਦੂਤ ਵਜੋਂ ਭੇਜਿਆ ਸੀ। ਮੈਗਸਥਨੀਜ਼ ਚੰਦਰਗੁਪਤ ਮੌਰੀਆ ਦੇ ਦਰਬਾਰ ਦੇ ਵਿੱਚ ਰਾਜਦੂਤ ਵਜੋਂ ਆਇਆ। ਇਹ 4 ਸਾਲ ਇੱਥੇ ਰਿਹਾ। ਮੈਗਸਥਨੀਜ਼ ਨੇ 4 ਸਾਲਾਂ ਵਿੱਚ ਜੋ ਕੁਝ ਵੀ ਦੇਖਿਆ, ਜੋ ਕੁਝ ਸੁਣਿਆ, ਆਪਣੇ ਅੱਖੀ ਡਿੱਠਾ ਹਾਲ ਜੋ ਹੈ ਇੰਡੀਕਾ ਨਾਮਕ ਪੁਸਤਕ ਲਿਖੀ ਉਸਨੇ। ਇੰਡੀਕਾ ਨਾਮੀ ਪੁਸਤਕ ਦੇ ਵਿੱਚ ਉਸਨੇ ਆਪਣਾ ਸਾਰਾ ਇਹ ਜੋ ਬਿਆਨ ਸੀ, ਹਾਲ ਹੈ, ਉਹ ਕੀਤਾ ਹੈ, ਜਿਸ ਤੋਂ ਮੌਰੀਆ ਸਮਰਾਟ ਚੰਦਰਗੁਪਤ ਮੌਰੀਆ ਦੇ ਬਾਰੇ, ਉਹਦੇ ਰਾਜ ਪ੍ਰਬੰਧ ਬਾਰੇ, ਸੈਨਿਕ ਪ੍ਰਬੰਧ ਸੰਗਠਨ ਬਾਰੇ, ਧਾਰਮਿਕ ਤੇ ਸਮਾਜਿਕ ਅਵਸਥਾ ਬਾਰੇ ਸਾਨੂੰ ਜਾਣਕਾਰੀ ਮਿਲਦੀ ਹੈ। ਮੈਗਸਥਨੀਜ਼ ਜੋ ਕਿ ਉਸ ਸਮੇਂ ਅਸੀਂ ਦੇਖ ਰਹੇ ਹਾਂ ਕਿ ਉਸਦੀ ਬੁੱਕ ਇੰਡੀਕਾ ਇੱਧਰ ਹੈ, ਚੰਦਰਗੁਪਤ ਮੌਰੀਆ ਦੀ ਪਿਕ ਹੈ ਔਰ ਇਹ ਜੋ ਐਮਬੈਸਡਰ ਬਣ ਕੇ ਇੱਥੇ ਆਇਆ ਸੀ। ਸੋ ਮੈਗਸਥਨੀਜ਼ ਨੇ 4 ਸਾਲ ਭਾਰਤ ਵਿੱਚ ਰਹਿ ਕੇ ਚੰਦਰਗੁਪਤ ਮੌਰੀਆ ਦੇ ਕਾਲ ਦੇ ਵਿੱਚ ਇੱਥੇ ਵਾਚ ਕੀਤਾ ਔਰ ਉਸ ਤੋਂ ਬਾਅਦ ਇੰਡੀਕਾ ਨਾਮੀ ਪੁਸਤਕ ਲਿਖੀ ਔਰ ਉਸ ਪੁਸਤਕ ਦੇ ਵਿੱਚੋਂ ਸਾਨੂੰ ਬਹੁਤ ਸਾਰੀ ਜਾਣਕਾਰੀ ਹੈ ਜੋ ਉਹ ਭਾਰਤ ਬਾਰੇ ਮਿਲਦੀ ਹੈ। ਮੈਗਸਥਨੀਜ਼ ਦੀ ਇੰਡੀਕਾ ਜੋ ਇਹ ਸੋਰਸਿਸ ਹੈ ਸਾਡੇ ਲਈ ਬਹੁਤ ਹੀ ਲਾਹੇਵੰਦ ਹੈ। ਅਸੀਂ ਅੱਗੇ ਦੇਖਦੇ ਹਾਂ ਕੌਟਲਿਆ ਦਾ ਅਰਥ ਸ਼ਾਸਤਰ। ਪਿਆਰੇ ਵਿਦਿਆਰਥੀਓ, ਅਸੀਂ ਕੌਟਲਿਆ ਬਾਰੇ ਬਹੁਤ ਸੁਣਿਆ ਹੋਵੇਗਾ ਤੁਹਾਨੇ। ਕੌਟਲਿਆ ਨੂੰ ਚਾਣਕਿਆ ਵੀ ਬੋਲਦੇ ਨੇ, ਚਾਣਕਿਆ ਨੀਤੀ, ਚਾਣਕਿਆ ਦੀਆਂ ਕਹਾਣੀਆਂ। ਕੌਟਲਿਆ ਇਹ ਉਹੀ ਵਿਅਕਤੀ ਹੈ, ਅਸੀਂ ਇਸ ਬਾਰੇ ਜਾਣਾਂਗੇ। ਇੱਕ ਉੱਚ ਕੋਟੀ ਦਾ ਬ੍ਰਾਹਮਣ ਅਤੇ ਵਿਦਵਾਨ ਸੀ। ਚੰਦਰਗੁਪਤ ਮੌਰੀਆ ਦਾ ਪ੍ਰਧਾਨ ਮੰਤਰੀ ਸੀ। ਚੰਦਰਗੁਪਤ ਮੌਰੀਆ ਜੋ ਪਿੱਛੇ ਅਸੀਂ ਗੱਲ ਕਰ ਚੁੱਕੇ ਹਾਂ ਉਸਦਾ ਪ੍ਰਧਾਨ ਮੰਤਰੀ ਸੀ। ਉਸ ਨੇ ਅਰਥ ਸ਼ਾਸਤਰ ਨਾਮੀ ਪੁਸਤਕ ਲਿਖੀ। ਕੌਟਲਿਆ ਨੇ ਅਰਥ ਸ਼ਾਸਤਰ ਨਾਮੀ ਪੁਸਤਕ ਲਿਖੀ। ਕੌਟਲਿਆ ਦੇ ਰਾਜਨੀਤੀ ਦੇ ਸਿਧਾਂਤਾਂ ਅਤੇ ਚੰਦਰਗੁਪਤ ਮੌਰੀਆ ਦੇ ਸ਼ਾਸਨ ਪ੍ਰਬੰਧ ਬਾਰੇ ਜਾਣਕਾਰੀ ਮਿਲਦੀ ਹੈ। ਪਿਆਰੇ ਵਿਦਿਆਰਥੀਓ, ਕੌਟਲਿਆ ਜਾਂ ਚਾਣਕਿਆ ਇੱਕ ਬਹੁਤ ਵੱਡਾ ਵਿਦਵਾਨ ਸੀ ਔਰ ਖੁਦ ਚੰਦਰਗੁਪਤ ਮੌਰੀਆ ਦੇ ਦਰਬਾਰ ਦੇ ਵਿੱਚ ਪ੍ਰਧਾਨ ਮੰਤਰੀ ਸੀ। ਸੋ ਇਸ ਤਰੀਕੇ ਦੇ ਨਾਲ ਇਸਨੇ ਜੋ ਵੀ ਆਪਣੀ
ਪੁਸਤਕ ਲਿਖੀ ਹੈ, ਅਰਥ ਸ਼ਾਸਤਰ ਲਿਖੀ ਹੈ, ਇਸ ਦੇ ਵਿੱਚੋਂ ਸਾਨੂੰ ਬਹੁਤ ਹੀ ਜ਼ਿਆਦਾ ਸਮੱਗਰੀ ਹੈ ਜੋ ਮੌਰਿਆ ਕਾਲ ਦੇ ਬਾਰੇ ਉਹ ਮਿਲਦੀ ਹੈ। ਕੁਟਲਿਆ ਦਾ ਅਰਥ ਸ਼ਾਸਤਰ ਜੋ ਹੈ ਗ੍ਰੰਥ ਸਾਡੇ ਲਈ ਬਹੁਤ ਲਾਹੇਵੰਦ ਹੈ। ਪਿਆਰੇ ਵਿਦਿਆਰਥੀਓ, ਅੱਗੇ ਵਿਸ਼ਾਖਾ ਦੱਤ ਦਾ ਮੁਦਰਾ ਰਾਖਸ਼। ਵਿਸ਼ਾਖਾ ਦੱਤ ਹੈ ਜੋ ਉਹ ਗੁਪਤ ਕਾਲ ਦਾ ਵਿਦਵਾਨ ਅਤੇ ਨਾਟਕਕਾਰ ਸੀ। ਪਿਆਰੇ ਵਿਦਿਆਰਥੀਓ, ਮੈਂ ਤੁਹਾਨੂੰ ਇਹ ਦੱਸਦਾ ਕਿ ਅਸੀਂ ਗੱਲ ਕਰ ਰਹੇ ਹਾਂ ਮੌਰਿਆ ਕਾਲ ਦੀ, ਯਾਨੀ ਕਿ ਅਸ਼ੋਕ ਚੰਦਰਗੁਪਤ ਮੌਰਿਆ ਕਾਲ ਦੀ ਅਸੀਂ ਗੱਲ ਕਰਦੇ ਹਾਂ। ਇਹ ਜੋ ਗੁਪਤ ਕਾਲ ਹੈ, ਜੋ ਵਿਸ਼ਾਖ ਦੱਤ ਨਾਮ ਦਾ ਇਹ ਵਿਦਵਾਨ ਹੋਇਆ ਹੈ, ਨਾਟਕਕਾਰ ਹੋਇਆ ਹੈ, ਇਹ ਗੁਪਤ ਕਾਲ ਦੇ ਵਿੱਚ ਹੋਇਆ ਹੈ। ਗੁਪਤ ਕਾਲ ਇਸ ਤੋਂ ਲਗਭਗ ਅਸੀਂ ਕਹੀਏ ਕਿ 400-500 ਸਾਲ ਬਾਅਦ ਗੁਪਤ ਕਾਲ ਆਇਆ। ਇਹ ਉਸ ਦੇ ਵਿੱਚ ਹੋਇਆ। ਇਸਨੇ ਯਾਨੀ ਕਿ 400 ਸਾਲ ਪਿੱਛੇ ਦਾ ਇਤਿਹਾਸ ਹੈ ਜੋ ਉਹ ਲਿਖਿਆ ਹੈ। ਇੱਕ ਨਾਟਕ ਲਿਖਿਆ ਆਪਣਾ ਮੁਦਰਾ ਰਾਖਸ਼। ਉਹਦੇ ਵਿੱਚ ਉਸਨੇ ਚੰਦਰਗੁਪਤ ਮੌਰਿਆ ਦੇ ਆਰੰਭਕ ਜੀਵਨ ਬਾਰੇ, ਉਸ ਦੇ ਕੁਟਲਿਆ ਨਾਲ ਸੰਬੰਧਾ, ਕੁਟਲਿਆ ਚਾਣਕਿਆ, ਉਹੀ ਜਿਸ ਦਾ ਬੁੱਕ ਹੈ ਅਰਥ ਸ਼ਾਸਤਰ, ਜਿਸ ਚੰਦਰਗੁਪਤ ਮੌਰਿਆ ਤੇ ਕੁਟਲਿਆ ਦੇ ਕੀ ਸੰਬੰਧ ਸੀ, ਉਸ ਦੀਆਂ ਜਿੱਤਾਂ ਬਾਰੇ ਜਾਣਕਾਰੀ ਮਿਲਦੀ ਹੈ। ਸੋ ਪਿਆਰੇ ਵਿਦਿਆਰਥੀਓ, ਵਿਸ਼ਾਖ ਦੱਤ ਨਾਮ ਦੇ ਇਸ ਵਿਦਵਾਨ ਨੇ 400 ਸਾਲ ਬਾਅਦ ਗੁਪਤ ਕਾਲ ਦੇ ਵਿੱਚ ਇੱਕ ਨਾਟਕ ਲਿਖਿਆ ਮੁਦਰਾ ਰਾਖਸ਼, ਜਿਸ ਦੇ ਵਿੱਚ ਉਸਨੇ ਮੌਰਿਆ ਕਾਲ ਦੀ ਸਾਨੂੰ ਜਾਣਕਾਰੀ ਦਿੱਤੀ ਹੈ। ਸਾਨੂੰ ਉਸ ਬਾਰੇ ਪਤਾ ਲੱਗਦਾ ਹੈ। ਇਹ ਸਮਕਾਲੀਨ ਗ੍ਰੰਥ ਨਹੀਂ ਹੈਗਾ, ਪਰ 400 ਸਾਲ ਬਾਅਦ ਲਿਖਿਆ ਗਿਆ। ਇਸ ਵਿੱਚੋਂ ਵੀ ਸਾਨੂੰ ਕਈ ਵਾਰੀ ਡਾਟੇ ਮੈਚ ਕਰਨ ਦੇ ਲਈ ਸਾਨੂੰ ਕਾਫੀ ਕੁਝ ਮਿਲ ਜਾਂਦਾ ਹੈ। ਧਾਰਮਿਕ ਸਾਹਿਤ। ਪਿਆਰੇ ਵਿਦਿਆਰਥੀਓ, ਸਾਨੂੰ ਧਾਰਮਿਕ ਸਾਹਿਤ ਤੋਂ ਵੀ ਜਾਣਕਾਰੀ ਮਿਲਦੀ ਹੈ। ਬੁੱਧ ਧਰਮ ਅਤੇ ਜੈਨ ਧਰਮ ਦੇ ਗ੍ਰੰਥਾਂ ਤੋਂ ਸਾਨੂੰ ਬਹੁਤ ਸਾਰੀ ਜਾਣਕਾਰੀ ਮਿਲਦੀ ਹੈ, ਕਿਉਂਕਿ ਅਸ਼ੋਕ ਨੇ ਬੁੱਧ ਧਰਮ ਅਪਣਾਇਆ ਸੀ ਔਰ ਹੋਰ ਬਹੁਤ ਸਾਰੇ ਰਾਜਿਆਂ ਨੇ ਬੁੱਧ ਧਰਮ ਅਪਣਾ ਲਿਆ ਸੀ। ਆਪਣੇ ਬੇਟੀ ਨੂੰ ਬੁੱਧ ਧਰਮ ਦੇ ਪ੍ਰਚਾਰ ਲਈ ਭੇਜਿਆ ਔਰ ਬਹੁਤ ਸਾਰਾ ਬੁੱਧ ਧਰਮ ਦੇ ਪ੍ਰਚਾਰ ਦੇ ਲਈ ਵਿਅਕਤੀ ਨਿਯੁਕਤ ਕੀਤੇ। ਅਤੇ ਇਸ ਤਰੀਕੇ ਨਾਲ ਜੈਨ ਧਰਮ ਦੇ ਗ੍ਰੰਥ, ਬੁੱਧ ਧਰਮ ਔਰ ਜੈਨ ਧਰਮ ਦੇ ਗ੍ਰੰਥਾਂ ਦੇ ਵਿੱਚੋਂ ਸਾਨੂੰ ਉਸ ਸਮੇਂ ਮੌਰਿਆ ਕਾਲ ਦੀ ਜਾਣਕਾਰੀ ਮਿਲਦੀ ਹੈ। ਇਸ ਤੋਂ ਬਿਨਾਂ ਇਹ ਬੁੱਧ ਧਰਮ ਦੇ ਸੀ ਪਿਕਚਰ ਦਿਖਾਈ ਹੋਈ ਹੈ ਤੁਹਾਨੂੰ। ਉਸ ਤੋਂ ਇਲਾਵਾ ਪੁਰਾਣਾ ਤੋਂ ਚੰਦਰਗੁਪਤ ਮੌਰਿਆ ਅਤੇ ਅਸ਼ੋਕ ਬਾਰੇ ਜਾਣਕਾਰੀ ਮਿਲਦੀ ਹੈ। ਪੁਰਾਣ ਇਹ ਹਿੰਦੂ ਧਰਮ ਦੇ ਵਿੱਚ 18 ਪੁਰਾਣ ਨੇ, ਜਿਹਨਾਂ ਦੇ ਇੱਥੇ ਪਿਕ ਤੁਹਾਨੂੰ ਦਿਖਾਈ ਗਈ ਹੈ। 18 ਪੁਰਾਣਾਂ ਵਿੱਚੋਂ ਵੀ ਬਹੁਤ ਸਾਰੇ ਪੁਰਾਣਾਂ ਦੇ ਵਿੱਚੋਂ ਸਾਨੂੰ ਮੌਰਿਆ ਕਾਲ ਦੀ ਜਾਣਕਾਰੀ ਹੈ ਜੋ ਮਿਲਦੀ ਹੈ। ਰਿਲੀਜੀਅਸ ਜੋ ਇਹ ਸਾਹਿਤ ਹੈ, ਧਾਰਮਿਕ ਸਾਹਿਤ ਹੈ, ਸਾਨੂੰ ਇਸ ਤੋਂ ਵੀ ਜਾਣਕਾਰੀ ਮਿਲਦੀ ਹੈ। ਉਹ ਇਤਿਹਾਸਕਾਰ ਨੇ ਦੇਖਣਾ ਹੁੰਦਾ ਹੈ ਕਿ ਅਸੀਂ ਕਿਸ ਚੀਜ਼ ਨੂੰ ਕਿਸ ਨਾਲ ਵੈਰੀਫਾਈ ਕਰਨਾ ਹੈ, ਤਾਂ ਸਾਨੂੰ ਇਹ ਮੌਰਿਆ ਕਾਲ ਬਾਰੇ ਮਹੱਤਵਪੂਰਨ ਜਾਣਕਾਰੀ ਦਿੰਦੇ ਨੇ। ਇਸ ਤੋਂ ਬਾਅਦ ਪਿਆਰੇ ਵਿਦਿਆਰਥੀਓ, ਅਭਿਲੇਖ ਅਤੇ ਸਿੱਕੇ। ਜੂਨਾਗੜ੍ਹ ਤੋਂ ਮਿਲੇ ਸ਼ਿਲਾਲੇਖ ਤੋਂ ਚੰਦਰਗੁਪਤ ਮੌਰਿਆ ਦੇ ਪੱਛਮੀ ਭਾਰਤ ਵਿੱਚ ਰਾਜ ਵਿਸਥਾਰ ਅਤੇ ਉਸਦੇ ਰਾਜ ਪ੍ਰਬੰਧ ਬਾਰੇ ਜਾਣਕਾਰੀ ਮਿਲਦੀ ਹੈ। ਜੂਨਾਗੜ੍ਹ ਨਾਮੀ ਸਥਾਨ ਤੋਂ ਸ਼ਿਲਾਲੇਖ ਮਿਲਿਆ ਹੈ, ਜਿਸ ਦੇ ਚੰਦਰਗੁਪਤ ਮੌਰਿਆ ਦੇ ਪੱਛਮੀ ਭਾਰਤ ਵਿੱਚ ਜੋ ਰਾਜ ਦੇ ਵਿਸਥਾਰ ਪ੍ਰਬੰਧ ਬਾਰੇ ਜਾਣਕਾਰੀ ਮਿਲਦੀ ਹੈ ਸਾਨੂੰ। ਇਹ ਜੋ ਸ਼ਿਲਾਲੇਖ ਹੈ, ਨੀਚੇ ਇੱਕ ਪਿਕਚਰ ਤੁਹਾਨੂੰ ਦਿਖਾਈ ਹੋਈ ਹੈ। ਇੱਧਰ ਇੱਕ ਹਾਥੀ ਬਣਿਆ ਹੋਇਆ ਹੈ, ਉਹਦੇ ਪਿੱਛੇ ਜੋ ਵੀ ਇਹ ਸਾਰਾ ਪੱਥਰ ਹੈ, ਇਸ ਉੱਤੇ ਸ਼ਿਲਾਲੇਖ ਲਿਖਿਆ ਹੋਇਆ ਹੈ। ਉਹ ਸ਼ਿਲਾਲੇਖ ਅੱਜ ਕੱਲ੍ਹ ਇੱਥੇ ਪਿਆ ਹੈ। ਇਹ ਸ਼ਿਲਾਲੇਖ ਦੇ ਉੱਪਰ ਜੋ ਚੰਦਰਗੁਪਤ ਮੌਰਿਆ ਦੇ ਰਾਜ ਪ੍ਰਬੰਧ ਬਾਰੇ ਜਾਣਕਾਰੀ ਮਿਲਦੀ ਹੈ ਸਾਨੂੰ। ਸਮਰਾਟ ਅਸ਼ੋਕ ਦੇ ਸ਼ਿਲਾਲੇਖਾਂ, ਸਤੰਭ ਲੇਖਾਂ ਅਤੇ ਗੁਫਾ ਲੇਖਾਂ ਤੋਂ ਉਸਦੇ ਰਾਜ ਵਿਸਥਾਰ, ਸ਼ਾਸਨ ਪ੍ਰਬੰਧ, ਲੋਕ ਭਲਾਈ ਦੇ ਕੰਮਾਂ ਅਤੇ ਉਸਦੇ ਧਰਮ ਦੇ ਨਿਯਮਾਂ ਬਾਰੇ ਜਾਣਕਾਰੀ ਮਿਲਦੀ ਹੈ। ਮੌਰਿਆ ਕਾਲ ਦੇ ਸਿੱਕੇ ਵੀ ਇਤਿਹਾਸ ਬਾਰੇ ਜਾਣਕਾਰੀ ਦਿੰਦੇ ਹਨ। ਪਿਆਰੇ ਵਿਦਿਆਰਥੀਓ, ਇੱਥੇ ਮੈਂ ਤੁਹਾਨੂੰ ਸ਼ਿਲਾਲੇਖ ਦੀ ਗੱਲ, ਸਤੰਭ ਲੇਖਾਂ ਦੀ ਗੱਲ, ਗੁਫਾ ਲੇਖਾਂ ਦੀ ਗੱਲ ਤੁਹਾਨੂੰ ਇਹ ਦੱਸਾਂ ਮੈਂ ਕਿ ਜਿਸ ਤਰੀਕੇ ਨਾਲ ਅੱਜ ਬਹੁਤ ਸਾਰੇ ਰਾਜਨੀਤਿਕ ਪਾਰਟੀਆਂ ਜਾਂ ਫਿਰ ਸੋਸ਼ਲ ਜੋ ਕੰਮ ਕਰਨ ਵਾਲੀਆਂ ਸੰਸਥਾਵਾਂ ਨੇ, ਉਹ ਸਾਰੀਆਂ ਆਪਣੇ ਕੀਤੇ ਹੋਏ ਕੰਮਾਂ ਦੇ ਪ੍ਰਚਾਰ ਦੇ ਲਈ ਫਲੈਕਸ ਲਾਉਂਦੇ ਨੇ। ਉਹ ਫਲੈਕਸ ਦੀ ਲਾਈਫ ਸਾਨੂੰ ਪਤਾ ਹੈ 15 ਦਿਨ, 20 ਦਿਨ, ਮਹੀਨਾ, 2 ਮਹੀਨੇ ਰਹਿੰਦੀ ਹੈ। ਇਹ ਜੋ ਪੁਰਾਣੇ ਸਮੇਂ ਦੇ ਵਿੱਚ ਰਾਜੇ ਆਪਣੇ ਵਿਚਾਰਾਂ ਨੂੰ, ਆਪਣੇ ਧਰਮ ਨੂੰ, ਆਪਣੀ ਸੋਚ ਨੂੰ ਆਪਣੇ ਇਹ ਸਤੰਭਾਂ ਦੇ ਵਿੱਚ, ਲੇਖਾਂ ਦੇ ਵਿੱਚ ਪੱਥਰਾਂ ਉੱਤੇ ਲਿਖਵਾਉਂਦੇ ਸੀ, ਵੱਡੇ ਵੱਡੇ ਲੋਹੇ ਦੇ ਸਤੰਭਾਂ ਉੱਤੇ ਲਿਖਾਉਂਦੇ ਸੀ, ਤਾਂ ਕਿ ਇਹ ਉਹਨਾਂ ਦੇ ਵਿਚਾਰ ਜੋ ਨੇ, ਉਹਨਾਂ ਦੀ ਜੋ ਸੋਚ ਹੈ, ਉਹ ਲੋਕਾਂ ਤੱਕ ਪਹੁੰਚ ਸਕੇ। ਉਹਨਾਂ ਦੇ ਲੋਕ ਭਲਾਈ ਦੇ ਕੰਮ ਜਿਹੜੇ ਹੈਗੇ ਨੇ ਉਹ ਸਭ ਨੂੰ ਦਿਖਣ। ਇਸ ਤਰੀਕੇ ਨਾਲ ਪੱਥਰ ਦੇ ਉੱਤੇ ਸ਼ਿਲਾਲੇਖ, ਸਤੰਭ ਲੇਖ, ਗੁਫਾ ਲੇਖ, ਇਹ ਸਾਰੇ ਸਾਨੂੰ ਮਿਲਦੇ ਨੇ। ਸੋ ਪਿਆਰੇ ਵਿਦਿਆਰਥੀਓ, ਇਸ ਤੋਂ ਵੀ ਸਾਨੂੰ ਇਤਿਹਾਸ ਦੀ ਬਹੁਤ ਸਾਰੀ ਜਾਣਕਾਰੀ ਮਿਲਦੀ ਹੈ। ਹੈਰਾਨੀ ਦੀ ਗੱਲ ਇਹ ਹੈ ਕਿ 2000 ਸਾਲ ਇਹ ਹੋ ਗਏ ਔਰ ਅਸੀਂ ਦੇਖੀਏ ਕਿ 300 ਸਾਲ ਪਿੱਛੇ, ਯਾਨੀ ਕਿ 2300 ਸਾਲ ਦੇ ਜੋ ਇਹ ਸਤੰਭ ਜੋ ਲੇਖ ਹੈਗੇ ਨੇ, ਇਹ ਸੰਭਾਲੇ ਹੋਏ ਨੇ। ਕਿੰਨਾ ਬਰੀਕੀ ਨਾਲ ਉਸ ਸਮੇਂ ਕੰਮ ਕੀਤਾ ਹੋਊਗਾ, ਸੋ ਇਹ ਸਾਨੂੰ ਦੇਖਣ ਦੀ ਲੋੜ ਹੈ। ਇਸ ਤੋਂ ਬਾਅਦ ਭਵਨ, ਮੂਰਤੀਆਂ ਅਤੇ ਸਮਾਰਕ। ਮੌਰਿਆ ਕਾਲ ਦੇ ਸਤੂਪਾਂ, ਸਤੰਭਾਂ, ਮੂਰਤੀਆਂ, ਗੁਫਾਵਾਂ ਅਤੇ ਪਾਟਲੀਪੁੱਤਰ ਦੇ ਖੰਡਰਾਂ ਤੋਂ। ਪਾਟਲੀਪੁੱਤਰ ਰਾਜਧਾਨੀ ਸੀ ਅਸ਼ੋਕ ਦੀ। ਪਾਟਲੀਪੁੱਤਰ ਸ਼ਹਿਰ ਹੈ। ਪਾਟਲੀਪੁੱਤਰ ਦੇ ਖੰਡਰਾਂ ਤੋਂ
ਮੌਰੀਆ ਕਾਲ ਦੀ ਸੱਭਿਅਤਾ, ਸੰਸਕ੍ਰਿਤੀ ਅਤੇ ਮੂਰਤੀ ਕਲਾ ਆਦਿ ਬਾਰੇ ਜਾਣਕਾਰੀ ਮਿਲਦੀ ਹੈ। ਸੋ ਪਿਆਰੇ ਵਿਦਿਆਰਥੀਓ, ਤੁਹਾਡੇ ਸਾਹਮਣੇ ਜੋ ਇੱਕ ਪਿਕਚਰ ਹੈ, ਇਹ ਤੁਸੀਂ ਜਾਣਦੇ ਹੋਵੋਗੇ, ਸਾਡਾ ਇਹ ਹਾਂਜੀ ਭਾਰਤ ਦਾ ਰਾਸ਼ਟਰੀ ਚਿੰਨ੍ਹ ਹੈ। ਇਹ ਵੀ ਅਸ਼ੋਕ ਦੇ ਸਮੇਂ ਦੇ ਵਿੱਚ ਸਾਨੂੰ ਮਿਲਿਆ ਹੈ। ਅਸ਼ੋਕ ਦਾ ਚੱਕਰ ਹੈ ਨੀਚੇ ਬਣਾਇਆ ਹੋਇਆ ਇੱਥੇ, ਇਹ ਸਾਨੂੰ ਅਸ਼ੋਕ ਦੇ ਸਮੇਂ ਤੋਂ ਮਿਲਿਆ ਹੈ। ਤਾਂ ਸਾਡੀ ਇੰਡੀਅਨ ਗਵਰਨਮੈਂਟ ਨੇ ਅਸ਼ੋਕ ਦੇ ਇਸ ਜੋ ਨਿਸ਼ਾਨੀ ਨੂੰ ਰਾਸ਼ਟਰੀ ਚਿੰਨ੍ਹ ਵਜੋਂ ਅਪਣਾਇਆ ਹੈ। ਸੋ ਪਿਆਰੇ ਵਿਦਿਆਰਥੀਓ, ਉਸ ਸਮੇਂ ਦੀ ਸੱਭਿਅਤਾ, ਉਸ ਸਮੇਂ ਦੀ ਕਲਾ ਕਿੰਨੀ ਮਹਾਨ ਸੀ ਕਿ ਅੱਜ ਵੀ ਅਸੀਂ ਉਸ ਦੀ ਕਦਰ ਕਰਦੇ ਹਾਂ ਔਰ ਸਾਨੂੰ ਆਪਣੇ ਰਾਸ਼ਟਰੀ ਚਿੰਨ੍ਹ ਵਜੋਂ ਉਸ ਨੂੰ ਅਪਣਾਉਣਾ ਪਿਆ ਹੈ। ਸੋ ਇਹਨਾਂ ਤੋਂ ਸਾਨੂੰ ਭਵਨਾਂ ਤੋਂ ਜਾਂ ਫਿਰ ਖੰਡਰਾਂ ਤੋਂ ਜਾਂ ਮੂਰਤੀਆਂ ਤੋਂ, ਸਤੰਭਾਂ ਤੋਂ ਸਾਨੂੰ ਬਹੁਤ ਸਾਰੀ ਜਾਣਕਾਰੀ ਮਿਲਦੀ ਹੈ। ਪਤਾ ਲੱਗਦਾ ਹੈ ਕਿ ਉਹ ਰਾਜਾ ਕਿਸ ਨੂੰ ਮੰਨਣ ਵਾਲਾ ਸੀ, ਕਿਸ ਤਰ੍ਹਾਂ ਦੇ ਵਿਚਾਰ ਸੀ। ਸੋ ਪਿਆਰੇ ਵਿਦਿਆਰਥੀਓ, ਅਸੀਂ ਹੁਣ ਜੋ ਕੀਤਾ ਹੈ ਲੈਸਨ ਮੌਰੀਆ ਕਾਲ ਦੇ ਸੋਰਸਿਸ ਬਾਰੇ ਕੀਤਾ ਹੈ। ਸੋ ਤੁਸੀਂ ਪਿਆਰ ਨਾਲ ਸੁਣਿਆ ਹੈ, ਧੰਨਵਾਦ। ਮੈਂ ਰਜਿੰਦਰ ਕੁਮਾਰ, ਲੈਕਚਰਰ ਹਿਸਟਰੀ, ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਬਾਦਸ਼ਾਹਪੁਰ ਕਾਲੇ ਕੀ, ਪਟਿਆਲਾ। ਥੈਂਕ ਯੂ, ਧੰਨਵਾਦ।